ਲੈਕਚਰ YouTube ਦੇ ਉੱਪਰ ਵੀ ਦੇਖ ਸਕਦੇ ਹੋ। ਅਗਰ ਬਾਈ ਚਾਂਸ ਕਿਸੇ ਨੂੰ ਆਡੀਓ ਵੀਡੀਓ ਦੀ ਪ੍ਰੋਬਲਮ ਆਉਂਦੀ ਹੈ ਜਾਂ ਲੈਕਚਰ ਪ੍ਰੋਪਰਲੀ ਸਮਝ ਨਹੀਂ ਆਉਂਦਾ ਤਾਂ ਲੈਕਚਰ ਮੈਂ YouTube ਦੇ ਉੱਪਰ ਪਾ ਦਾਂਗਾ ਆਟੋਮੈਟਿਕਲੀ, ਤੁਸੀਂ ਉੱਥੋਂ ਦੇਖ ਸਕਦੇ ਹੋ। ਠੀਕ ਹੈ ਜੀ। ਸੋ ਸਟਾਰਟ ਕਰਦੇ ਹਾਂ ਜੀ। ਸੋ ਬੇਸਿਕ ਆਈਡੀਆ ਆਫ ਸਟੈਟਿਸਟੀਕਲ ਫਿਜ਼ਿਕਸ ਆਪਣਾ ਜਿਹੜਾ BSc ਦੀ ਬੁੱਕ ਹੈ BSc ਦੇ ਕਰੀਅਰ ਦੀ, तो ਆਪਾਂ 3rd ਸਮੈਸਟਰ ਦਾ ਪਾਰਟ ਸਟਾਰਟ ਕਰਾਂਗੇ। तो स्टैटिस्टिकल फिजिक्स ਜਿਹੜੀ ਹੈ, ਇੱਕ ਮਿੰਟ ਬੇਟਾ ਹੋਲਡ ਰੱਖਿਓ। बेटा एक मिनट, लेट मी शो यू समथिंग। चलो सो बेटा अपने माइक्स वगैरह म्यूट ही रखा करो। हाँ जी बेटा। So statistical physics is a branch of science which deals with the study of physical properties, physical behavior of an assembly of large number of particles using the concept of statistics. तो जो statistical mechanics है या statistical physics है, ये statistics आते हैं large number of particles। अगर अपन न्यूक्लियस सपोज करो एक छोटे तो छोटा एक क्यूब भी ले लेने तो उसमें भी large number of particles अवेलेबल होते हैं। एवोगैड्रो नंबर तुसी सुने है 10⁻23। सो ये ऑटोमैटिकली बहुत ज्यादा मॉलिक्यूल्स हो जाते, बहुत ज्यादा पार्टिकल हो जाते हैं। ਉਹਦੇ अगर आप माइक्रोस्कोपिक लेवल ਤੇ ਗੱਲ ਕਰੀਏ ਤਾਂ ਵੀ ਜਦੋਂ ਆਪਣਾ ਜਿਹੜਾ ਵੋਲਿਊਮ ਹੈ ਜ਼ਿਆਦਾ ਹੋ ਜਾਂਦਾ ਹੈ। ਸੋ ਜਦੋਂ ਤੁਹਾਡੇ ਨੰਬਰ ਆਫ ਪਾਰਟੀਕਲਸ ਐਂਡ ਵੋਲਿਊਮ ਜਿਹੜਾ ਇਨਫਿਨਿਟੀ ਨੂੰ ਅਪਰੋਚ ਕਰਦਾ ਹੈ, ਉਸ ਕੇਸ ਦੇ ਵਿੱਚ ਕਾਫੀ ਜ਼ਿਆਦਾ ਪਾਰਟੀਕਲਸ ਹੋ ਜਾਣਗੇ। ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲ ਨਾਰਮਲ ਬਿਹੇਵੀਅਰ, ਕੁਆਂਟਮ ਮਕੈਨੀਕਲ ਬਿਹੇਵੀਅਰ ਆਪਾਂ ਸਟੱਡੀ ਐਸ ਸੱਚ ਨਹੀਂ ਕਰ ਸਕਦੇ, ਆਪਣੇ ਕੋਲ ਸਟੈਟਿਸਟੀਕਲ ਬਿਹੇਵੀਅਰ ਸਟੱਡੀ ਕਰਨਾ ਪੈਂਦਾ ਹੈ। ਸੋ ਵੀ ਸਟੱਡੀ ਦੀ ਫਿਜ਼ੀਕਲ ਬਿਹੇਵੀਅਰ ਆਫ ਐਨ ਅਸੈਂਬਲੀ ਆਫ ਲਾਰਜ ਨੰਬਰ ਆਫ ਪਾਰਟੀਕਲਸ ਯੂਜ਼ਿੰਗ ਦੀ ਕਨਸੈਪਟ ਆਫ ਸਟੈਟਿਸਟਿਕਸ। तो स्टैटिस्टिक्स की होएगा, इट इज अ साइंस ऑफ कलेक्शन एंड क्लासिफिकेशन, प्रेजेंटेशन, एनालिसिस एंड इंटरप्रिटेशन ऑफ द न्यूमेरिकल डाटा। सो न्यूमेरिकल डाटा ਜਿਹੜਾ ਦਿੱਤਾ ਹੋਇਆ ਉਹਨੂੰ ਇੰਟਰਪ੍ਰੀਟ ਕਿਸ ਤਰ੍ਹਾਂ ਕੀਤਾ ਜਾਏਗਾ, ਉਹਦੀ ਬਿਹੇਵੀਅਰ ਕਿਸ ਤਰ੍ਹਾਂ ਹੈ। ਜਸਟ ਲਾਈਕ ਮੈਕਸਵੈਲ ਬੋਲਜ਼ਮੈਨ ਹੈ, ਅਗਰ ਆਪਣੇ ਕੋਲ 에ਅਰ ਮੋਲੀਕਿਊਲ ਹੈ ਤਾਂ ਉਹਨਾਂ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਹੋਏਗਾ, ਇਹ 30 ਡਿਗਰੀ ਤੇ ਕਿਸ ਤਰ੍ਹਾਂ ਬਿਹੇਵ ਕਰਨਗੇ, 37 ਡਿਗਰੀ ਤੇ ਕਿਸ ਤਰ੍ਹਾਂ ਬਿਹੇਵ ਕਰਨਗੇ। तो जब क्वांटम मैकेनिक्स ऐसा नहीं लगा सकते बिकॉज देयर आर लार्ज नंबर ऑफ पार्टिकल्स। सो अगर लार्ज नंबर ऑफ पार्टिकल्स होणगे ਤਾਂ ਹੋ ਸਕਦਾ ਤੁਸੀਂ ਬੇਟਾ ਸ਼ਾਇਦ ਪੜਿਆ ਹੋਏਗਾ ਕੁਆਂਟਮ ਮੈਕੈਨਿਕਸ ਦੇ ਵਿੱਚ ਪਾਰਟੀਕਲ ਇਹਦੇ ਬਾਕਸ ਪ੍ਰੋਬਲਮ ਹੁੰਦੀ ਹੈ। तो अगर अपने को एनर्जी लेवल का ਜਿਹੜਾ डिफरेंस है डेल्टा E है, अगर अपने को नंबर ऑफ पार्टिकल्स एंड नंबर ऑफ वॉल्यूम एंड वॉल्यूम ਜਿਹੜਾ ਕਾਫੀ ਜ਼ਿਆਦਾ ਹੋ ਜਾਂਦਾ ਹੈ ਤਾਂ ਉਸ ਕੇਸ ਦੇ ਵਿੱਚ ਜਿਹੜੀ એનર્ਜੀ ਹੈ ਇਟ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਵॉल्यूम। ਜਿੰਨਾ ਜ਼ਿਆਦਾ ਵॉल्यूम ਹੋਏਗਾ ਉਨੀ એનર્ਜੀ ਗੈਪ ਘਟੇਗਾ। ਐਂਡ ਬਿਕॉज ਆਪਣੇ ਕੋਲ ਕਾਫੀ ਸਾਰਾ ਲਾਰਜ ਅਮਾਉਂਟ ਆਫ ਸਪੇਸ ਅਵੇਲੇਬਲ ਹੁੰਦੀ ਹੈ, ਵॉल्यूम ਅਵੇਲੇਬਲ ਹੁੰਦਾ ਹੈ, ਇਸ ਕਰਕੇ એનર્ਜੀ ਲੈਵਲਸ ਇੱਕ ਦੂਜੇ ਦੇ ਵਿੱਚ ਮਰਜ ਕਰ ਦਿੰਦੇ ਹੈ ਐਂਡ ਆਪਣੇ ਕੋਲ ਕੰਟੀਨਿਊਮ ਐਗਜ਼ਿਸਟ ਕਰਦਾ ਹੈ, ਜਿਹਦੇ ਵਿੱਚ ਆਪਾਂ ਕੁਆਂਟਮ ਮੈਕੈਨੀਕਲ ਬਿਹੇਵੀਅਰ ਐਸ ਸੱਚ ਸਟੱਡੀ ਨਹੀਂ ਕਰ ਸਕਦੇ। ਇਸ ਕਰਕੇ ਆਪਾਂ ਸਟੈਟਿਸਟਿਕਸ ਅਪਲਾਈ ਕਰਦੇ ਹਾਂ ਹਰ ਜਗ੍ਹਾ। ਸੋ ਸਟੈਟਿਸਟਿਕਸ ਜਿਹੜੀ ਹੈ ਉਹ ਕਾਫੀ ਕੰਮ ਦੀ ਚੀਜ਼ ਹੈ। ਕੁਆਂਟਮ ਸਟੈਟਿਸਟਿਕਸ ਹੁੰਦੀ ਹੈ ਬੇਟਾ ਐਂਡ ਕਲਾਸੀਕਲ ਸਟੈਟਿਸਟਿਕਸ ਹੁੰਦੀ ਹੈ। ਕਲਾਸੀਕਲ ਸਟੈਟਿਸਟਿਕਸ ਬੇਸਿਕਲੀ ਆਪਣੇ ਕੋਲ ਕਾਫੀ ਜਿਹੜੀ ਹੈਗੀ ਹੈ ਐਂਸੈਂਬਲ ਥਿਊਰੀ ਦੇ ਬੇਸਡ ਹੈਗੀ ਹੈ। ਕੁਆਂਟਮ ਸਟੈਟਿਸਟਿਕਸ ਦੇ ਵਿੱਚ ਕੀ ਆਏਗਾ, ਫਰਮੀਅਨਸ ਆ ਜਾਣਗੇ, ਸਪਿਨ ਡਿਪੈਂਡੈਂਸ ਆ ਜਾਏਗੀ, ਉਸ ਤੋਂ ਬਾਅਦ ਬੋਜ਼ੋਨਸ ਆ ਜਾਣਗੇ। ਤਾਂ ਉਹ ਸਾਡੀ ਕੁਆਂਟਮ ਸਟੈਟਿਸਟਿਕਸ ਆ ਜਾਂਦੀ ਹੈ। ਉਹਦੇ ਵਿੱਚ ਕਿਸ ਤਰ੍ਹਾਂ ਫਰਮੀਅਨਸ ਕਿਸ ਤਰ੍ਹਾਂ ਬਿਹੇਵ ਕਰਦੇ ਹੈ, ਇਲੈਕਟ੍ਰॉन्स प्रोटॉन्स किस तरह बिहेव करते हैं। तो स्टार्टिंग अपन क्लासिकल तो करेंगे। सो प्रोबेबिलिटी इट में रेन टुडे जस्ट लाइक भी रेन हो सकती है, मीह पै सकता है कि नहीं पै सकता। सो प्रोबेबिलिटी तुसी +1 भी पढ़ी हुई है, आप थोड़ा थोड़ा ਇਹਦਾ ਆਈਡੀਆ ਲੈ ਕੇ ਚੱਲਾਂਗੇ। ਸੋ ਪ੍ਰੋਬੇबिलिटी ਕੀ ਹੈ, ਨੰਬਰ ਆਫ ਕੇਸਿਸ ਇਨ ਵਿਚ ਇਵੈਂਟਸ ਆਫ ਇੰਟਰਸਟ ਅਕਰ। ਸੋ ਕਿਹੜੀ ਉਹ ਕਿੰਨੇ ਕੇਸਿਸ ਹੈ ਜਿਹਦੇ ਵਿੱਚ ਇਵੈਂਟ ਹੋ ਸਕਦੀ ਹੈ ਜਾਂ ਉਹਦੇ ਵਿੱਚ ਕੀ ਹੈ ਟੋਟਲ ਨੰਬਰ ਆਫ ਇਕੁਅਲੀ ਲਾਈਕਲੀ ਪੋਸੀਬਲ ਇਵੈਂਟਸ। ਉਹਦਾ ਕਿੰਨੀਆਂ ਇਵੈਂਟਸ ਨੇ ਉਹਦੇ ਵਿੱਚ ਕਿੰਨੀਆਂ ਹੋ ਸਕਦੀਆਂ। ਸਪੋਜ਼ ਕਰੋ ਆਪਾਂ ਇੱਕ ਕਾਇਨ ਨੂੰ ਟਾਸ ਕਰਦੇ ਹਾਂ, ਉਹਦੀਆਂ ਦੋ ਸਾਈਡਸ ਹੁੰਦੀਆਂ ਬੇਟਾ, ਇੱਕ ਹੈਡ ਹੁੰਦਾ ਇੱਕ ਟੇਲ ਹੁੰਦਾ। ਸੋ ਟੋਟਲ ਨੰਬਰ ਆਫ ਇਵੈਂਟਸ ਕਿੰਨੀਆਂ ਹੋ ਗਈਆਂ ਬੇਟਾ 2। ਉਹਦੇ ਵਿੱਚ ਆਪਾਂ ਅਗਰ ਚੂਜ਼ ਕਰ ਲਈਏ ਕਿ ਆਪਣੇ ਕੋਲ ਹੈਡ ਆਣਾ ਚਾਹੀਦਾ ਹੈ ਤਾਂ ਨੰਬਰ ਆਫ ਇਵੈਂਟਸ ਕਿੰਨੀਆਂ ਹੋ ਗਈਆਂ ਜਿਹੜੀਆਂ ਕਿ ਪ੍ਰੈਫਰੇਬਲ ਹੈ, that is 1। अनम्यूट करना पड़ेगा। ओके ठीक है जी। सो आप स्टार्ट करते हैं बेटा अगेन। सो प्रोबेबिलिटी ਜਿਹੜੀ ਹੈ, ਪ੍ਰੋਬੇਬਿਲਿਟੀ ਜਿਸ ਤਰ੍ਹਾਂ ਆਪਾਂ ਇੱਕ ਕੋਇਨ ਨੂੰ ਟਾਸਿੰਗ ਕਰਦੇ ਆ ਤਾਂ ਉਹਦੇ ਵਿੱਚ ਕੀ ਹੈ ਦੋ ਸਾਈਡਸ ਹੁੰਦੀਆਂ, ਵਨ ਇਜ਼ ਹੈਡ ਵਨ ਇਜ਼ ਟੇਲ। ਉਸ ਕਾਜ਼ ਦੇ ਕੋਰਸਪੋਂਡਿੰਗ ਅਗਰ ਆਪਾਂ ਦੋਨੋਂ ਟੋਟਲ ਨੰਬਰ ਆਫ ਇਵੈਂਟਸ ਆਪਣੇ ਕੋਲ 2 ਹੋ ਗਈਆਂ। ਅਗਰ ਆਪਾਂ ਚੂਜ਼ ਕਰ ਲਈਏ ਕਿ ਆਪਣੇ ਕੋਲ ਕੋਇਨ ਟਾਸ ਕਰਨ ਤੋਂ ਬਾਅਦ ਹੈਡ ਆਉਣਾ ਚਾਹੀਦਾ ਹੈ ਤਾਂ ਆਪਣੇ ਕੋਲ ਪ੍ਰੈਫਰੇਬਲ ਇਵੈਂਟ ਕੀ ਹੋਗੀ, ਹੈਡ ਹੋਗੀ। ਦੈਟ ਇਜ਼ ਦੀ ਨੰਬਰ ਆਫ ਇਵੈਂਟਸ ਦੈਟ ਆਰ ਪ੍ਰੈਫਰੇਬਲ, ਇਟ ਇਜ਼ ਇਕੁਅਲ ਟੂ 1। ਐਂਡ ਜਦੋਂ ਆਪਣੇ ਕੋਲ ਟੋਟਲ ਪ੍ਰੋਬੇਬਿਲਿਟੀ ਆਪਾਂ ਫਾਈਂਡ ਆਊਟ ਕਰਾਂਗੇ ਇਸ ਕੇਸ ਦੇ ਲਈ ਤਾਂ 1 ਡਿਵਾਈਡਡ ਬਾਈ 2 ਆ ਜਾਏਗੀ। ਸੋ ਪ੍ਰੋਬੇਬਿਲਿਟੀ ਇਜ਼ ਆਫ 2 टाइप्स, but one is called statistical probability, other is called a priori probability। और a priori probability ਦੇ ਵਿੱਚ ਹਰੇਕ ਇਵੈਂਟ ਦੀ ਇਕੁਅਲ ਪ੍ਰੋਬੇਬਿਲਿਟੀ ਹੁੰਦੀ ਹੈ ਅਗਰ ਹੋਣ ਦੀ। ਜਿਸ ਤਰ੍ਹਾਂ ਹੈਡ ਹੈ ਜਾਂ ਟੇਲ ਹੈ, ਇਹ ਹੈਡ ਐਂਡ ਟੇਲ ਦੀ ਪ੍ਰੋਬੇਬਿਲਿਟੀ ਸੇਮ ਹੈ, ਕਿਉਂਕਿ ਹੈਡ ਵੀ ਆ ਸਕਦਾ ਹੈ
टेल भी आ सकता है। स्टैटिस्टिकल प्रोबेबिलिटी डिफरेंट कंसेप्ट ਦੇ ਵਿੱਚ ਆਉਂਦੀ ਹੈ। सो लेट अस डिस्कस बोथ ऑफ देम। सो ਇਹਨਾਂ डिस्कस ਕਰਨ ਦੇ ਲਈ ਕੁਝ ਨਾ ਕੁਝ ਆਪਾਂ ਨੂੰ ਇਵੈਂਟਸ टर्मिनोलॉजीज डिस्कस करनी पैणगे। इवेंट्स की होनी है। तो स्टडी ऑफ फिनोमेना अंडर डेलिबरेटली अरेंज्ड कंडीशंस इज कॉल्ड एन एक्सपेरिमेंट। सो ਆਪਾਂ ਕੀ ਹੈ, अगर ਆਪਾਂ ਕਿਸੇ इवेंट ਨੂੰ स्टडी करना चाहते हैं तो ਉਹਨੂੰ ਆਪਾਂ एक्सपेरिमेंट कहने। आउटकम ऑफ एन एक्सपेरिमेंट इज टर्म्ड एज एन इवेंट। सो आउटकम की है, किसी एक्सपेरिमेंट करने का रिजल्ट की है, इवेंट है। अगर मैं कोई रीडिंग लेना है वो भी एक इवेंट ਨੂੰ काउंट करता है। फॉर एग्जांपल व्हेन वी टॉस ए कॉइन इट फॉल्स आइदर विद हेड्स अप और टेल अप। तो अगर मैं कॉइन टॉस करांगा ਉਹਦਾ ਹੈਡ ਉੱਪਰ ਆ ਜਾਏਗਾ ਜਾਂ ਫਿਰ ਉਹਦੀ ਟੇਲ ਉੱਪਰ ਆ ਜਾਏਗੀ। thus in tossing a coin two events are possible, whether it is head up or it is tail up. So events are said to be equally likely if none of them can occur in preference to the other. So ਇਹਨਾਂ ਦੋਨਾਂ ਵਿੱਚੋਂ ਕੁਝ ਵੀ ਹੋ ਸਕਦਾ ਹੈ। ਸੋ ਇਹਨਾਂ ਵਿੱਚ ਦੋਨਾਂ ਵਿੱਚ ਕੋਈ ਵੀ ਪ੍ਰੈਫਰੈਂਸ ਨਹੀਂ ਹੈ। So that is there is no reason to expect any one of the events in preference to the other event. So ਆਪਾਂ ਕੋਈ ਵੀ ਸਾਈਡ ਭਾਰੀ ਨਹੀਂ ਕੀਤੀ ਹੋਈ ਜਾਂ ਕੋਈ ਉਹਦੇ ਵਿੱਚ ਕੋਈ ਨਿਸ਼ਾਨ ਨਹੀਂ ਲਗਾਇਆ ਹੋਇਆ ਜਿਹਦੇ ਕਰਕੇ ਆਪਾਂ ਨੂੰ ਪ੍ਰੈਫਰ ਕਰ ਸਕੀਏ। So when we toss a coin, either of the heads up or tail up are equally likely to occur. Similarly, when we throw a dice मतलब ਆਪਾਂ जैसे लूडो वगैरह थ्रो करते हैं, डाइस थ्रो करते हैं, so any one of the six faces are equally likely to come. तो छे ਦੇ ਵਿੱਚ ਕੋਈ ਵੀ फेस अप हो सकता है, 3 हो सकता है, 4 हो सकता है, 5 हो सकता है, 6 हो सकता है, सारी प्रोबेबिलिटी ऑलमोस्ट सेम होती है। सो ट्रायल की होएगा, तो परफॉर्मेंस ऑफ एन एक्सपेरिमेंट इज कॉल्ड अ ट्रायल। सो ट्रायल की होएगा परफॉर्मेंस ऑफ द एक्सपेरिमेंट। सो फॉर एग्जांपल टॉसिंग ए कॉइन, अगर आप कॉइन ਨੂੰ टॉस करते हैं, throwing a dice and playing taking a card out of the pack, ये बात ट्रायल्स। अगर आप कॉइन ਨੂੰ टॉस करते हैं तो वो भी ट्रायल है, डाइस ਨੂੰ थ्रो करते हैं वो भी ट्रायल है, अगर आप कार्ड्स ਨੂੰ पिक करते हैं तो वो भी ट्रायल होएगा। सो स्टैटिस्टिकल प्रोबेबिलिटी की होएगा। सो स्टैटिस्टिकल प्रोबेबिलिटी होएगा, इट इज डिफाइंड एज द नंबर ऑफ ratio of the number of cases in which the events actually occur to the total number of trials carried out. So जिन्ने number of trial है ਉਹਨਾਂ ਵਿੱਚੋਂ ਕਿੰਨੇ events ਜਿਹੜੀਆਂ ਉਹਦੇ ਵਿੱਚ occur ਹੋਈਆਂ। So for example, let us toss a coin 1000 times। अगर ਆਪਾਂ ਇੱਕ coin ਨੂੰ 1000 ਵਾਰ ਸਿੱਟਦੇ ਹੈ, suppose the head shows up 515 trials। So ਜਿਹੜਾ head ਹੈ ਉਹ 515 ਵਾਰੀ ਅਗਰ ਆਉਂਦਾ ਹੈ ਤਾਂ statistical probability ਕਿੰਨੀ ਹੋਗੀ ਬੇਟਾ, 515 divided by 1000। ਸੋ ਆਪਾਂ ਕਿੰਨੀ ਵਾਰੀ ਉਸ ਚੀਜ਼ ਨੂੰ ਰਿਪੀਟ ਕਰਦੇ ਆ ਉਹ ਆਪਾਂ ਸਟੈਟਿਸਟੀਕਲ ਪ੍ਰੋਬੇਬਿਲਿਟੀ ਦਾ ਪਾਰਟ ਆ ਜਾਂਦਾ ਹੈ। ਅਗਰ ਆਪਾਂ ਸਿੰਪਲ ਪ੍ਰੋਬੇਬਿਲਿਟੀ ਦੇਖੀਏ ਤਾਂ ਉਹ ਇੱਕ ਇਵੈਂਟ ਹੈ ਜਾਂ ਦੋ ਇਵੈਂਟ ਹੋ ਸਕਦੀਆਂ, ਲੇਕਿਨ ਸਟੈਟਿਸਟੀਕਲ ਪ੍ਰੋਬੇਬਿਲਿਟੀ thousands, 10,000, 1 lakh, 10 lakh, 1 million ਤੱਕ ਜਾ ਸਕਦੀ ਹੈ। ਠੀਕ ਹੈ ਜੀ। ਸੋ ਇਹ ਸਟੈਟਿਸਟਿਕਸ ਦਾ ਪਾਰਟ ਆ ਜਾਂਦਾ ਹੈ। ਸੋ ਜਿੱਥੇ ਨੰਬਰ ਇਨਵੋਲਵਡ ਹੋਣਗੇ, ਲਾਰਜ ਨੰਬਰਸ ਇਨਵੋਲਵਡ ਹੋਣਗੇ, ਉੱਥੇ ਆਪਾਂ ਸਟੈਟਿਸਟੀਕਲ ਪ੍ਰੋਬੇਬਿਲਿਟੀ ਦੀ ਗੱਲ ਕਰਾਂਗੇ। So it may also be defined as ratio of the number of favorable cases to the total number of cases observed. For example, if we toss 1000 coins in one trial and 510 coins show the heads up, then the statistical probability is 510 divided by 1000। चाहे आप एक कॉइन ਨੂੰ 10000 ਵਾਰ ਟਾਸ ਕਰ ਲਈਏ, ਚਾਹੇ 10000 coins ਇੱਕੋ ਵਾਰੀ ਟਾਸ ਕਰ ਦਈਏ, ਮਤਲਬ ਸੇਮ ਹੀ ਹੈ, ਤਾਂ ਉਹਦੇ ਨਾਲ ਜਿਹੜੀ ਕੀ ਹੈ ਸਟੈਟਿਸਟੀਕਲ ਪ੍ਰੋਬੇਬਿਲਿਟੀ ਆਪਣੇ ਕੋਲ ਅਰਾਈਜ਼ ਹੋ ਜਾਏਗੀ। ਐਂਡ ਤੁਸੀਂ ਦੇਖ ਸਕਦੇ ਹੋ 0.5 ਦੇ ਨੇੜੇ ਤੇੜੇ ਆਏਗੀ, ਬਿਕਾਜ਼ ਕੀ ਹੋ ਜਾਏਗਾ ਆਪਣੇ ਕੋਲ ਹੈਡ ਐਂਡ ਟੇਲ ਆਉਣ ਦੀ ਪ੍ਰੋਬੇਬਿਲਿਟੀ ਆਲਮੋਸਟ ਸੇਮ ਹੈ, ਤਾਂ ਪ੍ਰੋਬੇਬਿਲਿਟੀ ਆਲਮੋਸਟ 0.5 ਦੇ ਨੇੜੇ ਤੇੜੇ ਹੀ ਰਹੇਗੀ। तो मैक्सिमम प्रोबेबिलिटी कितनी हो सकती है इवेंट दी 1। मतलब अगर प्रोबेबिलिटी 1 होगी मतलब इवेंट श्योर है, अगर 0.5 होगी तो इक्वली लाइकली हो गया, मतलब दूसरी इवेंट भी बराबर दी है जिस तक हो सकती है, टेल भी आ सकता है एंड हेड भी आ सकता है। उस तो बाद आता बेटा प्रायरी प्रोबेबिलिटी। प्रायरी प्रोबेबिलिटी होंदी है, ਇਹਦੇ ਵਿੱਚ ਕੀ ਹੋਏਗਾ, it is defined as the ratio of the number of cases favorable to the event to the total number of equally likely cases। so equally likely cases ਜਿਹੜੇ ਹੈ ਮਤਲਬ similar cases ਜਿਹੜੇ ਹੈਗੇ ਆ, ਜਿਹਦਾ ਹੈਡ ਟੇਲ ਵਾਲੀ ਗੱਲ ਆ ਗਈ, ਉਹਦੇ ਵਿੱਚ ਟੇਲ ਵੀ ਆ ਸਕਦੀ, ਹੈਡ ਵੀ ਆ ਸਕਦਾ, ਉਹਦੇ ਨਾਲ ਫੇਵਰੇਬਲ ਕੇਸਿਸ ਕਿੰਨੇ ਹੋਗੇ, ਸੋ ਇੱਕ ਜਾਂ ਦੋ ਵਾਲੀ ਆਪਾਂ ਗੱਲ ਕਰ ਸਕਦੇ ਹਾਂ। ਸੋ ਇੱਕ ਹੈਡ ਨੂੰ ਕੋਇਨ ਟਾਸ ਕੀਤਾ ਤਾਂ ਹੈਡ ਆਉਣ ਦੀ ਪ੍ਰੋਬੇਬਿਲਿਟੀ ਕਿੰਨੀ ਹੋਗੀ 1/2 ਐਂਡ ਟੇਲ ਆਉਣ ਦੀ ਪ੍ਰੋਬੇਬਿਲਿਟੀ ਵੀ ਕਿੰਨੀ ਹੋਗੀ 1/2। ਸਰ ਇਫ ਵੀ ਥਰੋ ਅ ਡਾਈਸ ਤਾਂ ਉਹਦੇ ਵਿੱਚ ਕੀ ਹੈ, 6 ਫੇਸਿਸ ਹੁੰਦੇ ਆ, ਤਾਂ ਉਹਦੇ ਵਿੱਚੋਂ ਇੱਕ ਫੇਸ ਉੱਪਰ ਆਉਣ ਦੀ ਪ੍ਰੋਬੇਬਿਲਿਟੀ ਕਿੰਨੀ ਹੋਗੀ ਬੇਟਾ 1/6। ਸੋ ਚਾਹੇ 1 ਦੀ ਪ੍ਰੋਬੇਬਿਲਿਟੀ ਲਾ ਲਓ, ਚਾਹੇ 2 ਦੀ ਪ੍ਰੋਬੇਬਿਲਿਟੀ ਲਾ ਲਓ, ਚਾਹੇ ਥਰਡ ਫੇਸ ਦੀ ਪ੍ਰੋਬੇਬਿਲਿਟੀ ਲਾ ਲਓ, ਸਾਰੇ ਦੀ ਪ੍ਰੋਬੇਬਿਲਿਟੀ 1/6 ਹੋਏਗੀ। ਜਸਟ ਲਾਈਕ ਹੈਡ ਦੇ ਉੱਪਰ ਆਉਣ ਦੀ ਪ੍ਰੋਬੇਬਿਲਿਟੀ 1/2 ਹੈ, ਟੇਲ ਦੇ ਉੱਪਰ ਆਉਣ ਦੀ ਪ੍ਰੋਬੇਬਿਲਿਟੀ ਵੀ ਕੀ ਹੋਗੀ ਬੇਟਾ 1/2 ਹੋਗੀ। ਸੋ ਇਸ ਦੀ ਇਕੁਅਲੀ ਲਾਈਕਲੀ ਪ੍ਰੋਬੇਬਿਲਿਟੀਜ਼ ਸਾਰਿਆਂ ਦੇ ਲਈ ਹੋਲਡ ਕਰੇਗੀ। ਸੋ ਜਿੰਨੇ ਫੇਸਿਸ ਹੋਣਗੇ ਉਨੇ ਡਿਵਾਈਡਡ ਬਾय ਆ ਜਾਏਗਾ। ਜੇ ਅਗਰ ਸਾਈਜ਼ ਦੇ 6 ਫੇਸ ਹੈ ਆਪਣੇ ਕੋਲ तो corresponding अपने को 1/6 की प्रोबेबिलिटी होएगी हर एक फेस की।
A priori probability is independent of the experiment or trial. So experiment और trial तो independent होती है. So अगर अपन dice throw करिए चाहे ना करिए, अपन को पता है कि अपने को 6 faces है, तो 6 faces independent है एक दूसरे से, इस करके हर एक face की probability 1/6 आएगी. तो अपन trial करने की जरूरत नहीं है. So it is based on the concept of the possibility of occurrence of the event. So occurrence of the event ਦੇ ਉੱਪਰ based है कि एक भी ਇਹਨਾਂ ਦੀ अगर dice throw करांगे ना 6 जो कोई ना कोई face का ऊपर आएगा ही आएगा. So that is it can be determined prior to the conduct of the experiment. मतलब की है experiment होवे चाहे ना होवे, ਇਹਦੇ ਤੋਂ ਪਹਿਲਾਂ ਹੀ ਆਪਾਂ ਨੂੰ ਪਤਾ ਲੱਗ ਜਾਏਗਾ ਇਹ theoretical probability आ जाती है. So it is specified on the basis of understanding, feeling or what is known as common sense. ਜਿਸਨੂੰ ਆਪਾਂ ਕਹਿੰਦੇ ਹਾਂ common sense ਤੋਂ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇੱਕ ਸਿੱਕਾ ਸੁੱਟਾਂਗੇ ਤਾਂ ਉਹਦੇ ਵਿੱਚ ਦੋ ਫੇਸਿਸ ਆ, ਦੋਨਾਂ ਚੋਂ ਇੱਕ ਹੀ ਉੱਪਰ ਆਏਗਾ. So the relation between statistical and priori probability. So दोनों में relation की है, statistical probability tend to be equal to a priori probability when the number of trial is very large. So statistical probability की है बेटा, हमेशा ही statistical probability का result उतना ज़्यादा बढ़िया होएगा जितने ज़्यादा number of trials होंगे, जितने ज़्यादा number of events होंगे. सपोज करो अपने कोल ਆਪਾਂ 10 ਵਾਰੀ ਇੱਕ coin ਨੂੰ toss ਕਰਦੇ ਹਾਂ ਤਾਂ ਉਹਦੇ ਵਿੱਚ ਕੀ ਹੋਏਗਾ, अगर 10 ਵਾਰੀ ਤੁਸੀਂ coin ਨੂੰ toss ਕਰੋਗੇ ਤਾਂ ਉਹਦੇ ਨਾਲ ਕੀ ਹੋ ਜਾਏਗਾ, ਆਪਣੇ ਕੋਲ ਜਿਹੜਾ ਰਿਜ਼ਲਟ ਹੈ ਉਹ ਕੁਝ ਨਾ ਕੁਝ ਐਡਜਸਟ ਕਰੇਗਾ, ਲੇਕਿਨ ਉਹ ਰਿਜ਼ਲਟ ਇੰਨਾ ਜ਼ਿਆਦਾ ਵਧੀਆ ਨਹੀਂ ਹੋਏਗਾ. ਅਗਰ ਸੇਮ ਐਕਸਪੈਰੀਮੈਂਟ ਨੂੰ ਆਪਾਂ 100 ਟਾਈਮਸ ਪਰਫਾਰਮ ਕਰਦੇ ਹਾਂ ਉਹਦੇ ਰਿਜ਼ਲਟ ਇਹ ਪ੍ਰਾਇਰੀ ਪ੍ਰੋਬੇਬਿਲਿਟੀ ਮਤਲਬ ਕਿ ਥਿਓਰੈਟੀਕਲ ਪ੍ਰੋਬੇਬਿਲਿਟੀ ਦੇ ਜ਼ਿਆਦਾ ਨੇੜੇ ਹੋਣਗੇ. अगर आप सेम एक्सपेरिमेंट ਨੂੰ 1000 ਵਾਰ ਕਰਦੇ हैं तो ਉਹਦੇ ਰਿਜ਼ਲਟ ਜਾਂ ਪ੍ਰਾਇਰੀ ਪ੍ਰੋਬੇਬਿਲਿਟੀ ਦੇ ਬਿਲਕੁਲ ਨੇੜੇ ਤੇੜੇ ਆ ਜਾਣਗੇ. ਅਗਰ 10000 ਵਾਰ ਦੇ ਕਰਦੇ हैं ਜਾਂ 1 ਲੱਖ ਵਾਰ ਸੇਮ ਐਕਸਪੈਰੀਮੈਂਟ ਨੂੰ ਪਰਫਾਰਮ ਕਰਦੇ हैं ਤਾਂ ਉਸ ਕੇਸ ਦੇ ਵਿੱਚ ਜਿਹੜੇ ਰਿਜ਼ਲਟ ਹੈ ਉਹ ਪ੍ਰਾਇਰੀ ਪ੍ਰੋਬੇਬਿਲਿਟੀ ਦੇ ਬਿਲਕੁਲ ਐਗਜ਼ੈਕਟਲੀ ਆਲਮੋਸਟ ਮੈਚ ਕਰ ਜਾਣਗੇ. ਸੋ ਮਤਲਬ ਕੀ ਹੈ, ਸਟੈਟਿਸਟੀਕਲ ਪ੍ਰੋਬੇਬਿਲਿਟੀ ਜਿਹੜੀ ਹੈ ਆ ਪ੍ਰਾਇਰੀ ਪ੍ਰੋਬੇਬਿਲਿਟੀ ਨੂੰ ਅਪਰੋਚ ਕਰਦੀ ਹੈ ਡਿਪੈਂਡਿੰਗ ਔਨ ਦੀ ਨੰਬਰ ਆਫ ਟ੍ਰਾਇਲਸ. So the statistical probability of the head up is 1/1. So that of the tail is 0/1. So however a priori probability even in this case both are 1/2. So now if we have 500 trials of tossing a coin, we may find up 260 times tail head up and tail up 240 times. अगर आप 500 बार ट्रायल करते हैं तो अपने कोल 260 बार अपने कोल हो सकता है अपने कोल हेड अप आ जाए, उस तो बाद हो सकता है 240 टाइम्स टेल अप आ जाए. सो द स्टैटिस्टिकल प्रोबेबिलिटी ऑफ हेड अप इवेंट इज 260 by 500 बिकॉज टोटल नंबर ऑफ इवेंट्स कितनी है बेटा 500 एंड 260 की है ओदी फेवरेबल इवेंट है हेड अप दी. सो ये अपने को कितना हो गया 0.52 एंड नंबर ऑफ टेल्स अप कितना हो गया बेटा 0.48. सो ये विच की हो गया अपने को प्रोबेबिलिटी आ गई, लेकिन एग्जैक्टली 0.5 नहीं है. सो टेल अप दी कितनी प्रोबेबिलिटी है 1/2. सो इट इज 0.5. सो द कोरस्पोंडिंग अपने को रिजल्ट है. सपोज करो नंबर ऑफ ट्रायल्स ਆਪਾਂ ਵਧਾ ਦਿੰਨੇ ਆ. ਸਪੋਜ਼ ਇਸ ਕੇਸ ਦੇ ਵਿੱਚ ਕਿੰਨੀ ਹੋਗੀ ਹੈਡਸ ਅਪ 2520 ਐਂਡ ਟੇਲਸ ਅਪ 2480. ਸੋ ਇਸ ਕੇਸ ਦੇ ਵਿੱਚ ਟੋਟਲ ਨੰਬਰ ਆਫ ਟ੍ਰਾਇਲਸ ਕਿੰਨੇ ਹੋ ਗਏ 5000. ਸੋ ਆਪਣੇ ਕੋਲ ਰਿਜ਼ਲਟ ਥੋੜਾ ਜਿਹਾ ਹੋਰ ਬੈਟਰ ਹੋ ਗਿਆ. ਸੋ ਇੱਥੇ ਕਿੰਨਾ ਸੀਗਾ 0.52 मतलब 52% रिजल्ट ਜਿਹੜਾ ਸੀਗਾ ਹੈਡ ਵਾਲੀ ਸਾਈਡ ਸੀਗਾ, 48% ਜਿਹੜਾ ਰਿਜ਼ਲਟ ਸੀਗਾ ਉਹ ਟੇਲ ਵਾਲੀ ਸਾਈਡ ਸੀਗਾ, ਲੇਕਿਨ 50-50 ਹੋਣਾ ਚਾਹੀਦਾ ਸੀਗਾ. लेकिन अगर आप नंबर ऑफ ट्रायल्स बता देने हैं तो उस केस ਦੇ ਵਿੱਚ ਆਪਣਾ ਰਿਜ਼ਲਟ 50.4% ਹੈਡ ਵਾਲੀ ਸਾਈਡ ਆ ਜਾਏਗਾ, ਬਾਕੀ ਜਿਹੜਾ ਪੁਆਇੰਟ ਹੈ 49.6% ਜਿਹੜਾ ਰਿਜ਼ਲਟ ਹੈ ਉਹ ਟੇਲ ਵਾਲੀ ਸਾਈਡ ਚਲਾ ਜਾਏਗਾ. ਮਤਲਬ ਜਿੰਨੇ ਨੰਬਰ ਆਫ ਟ੍ਰਾਇਲ ਤੁਸੀਂ ਵਧਾਉਂਦੇ ਜਾਓਗੇ ਉਨਾ ਹੀ ਰਿਜ਼ਲਟ ਆ ਪ੍ਰਾਇਰੀ ਪ੍ਰੋਬੇਬਿਲਿਟੀ ਮਤਲਬ ਥਿਓਰੈਟੀਕਲ ਪ੍ਰੋਬੇਬਿਲਿਟੀ ਦੇ ਨੇੜੇ ਆਏਗਾ. So these values are still nearer to the priori probability of 0.5. Therefore, we can conclude that statistical probability is equal to a priori probability when the number of trial is very large or means tends to infinity. So अगर 1 लाख बार या 10 लाख बार ਤੁਸੀਂ experiment perform ਕਰੋਗੇ ਤਾਂ theoretical probability ਦੇ ਤੁਸੀਂ ਨੇੜੇ ਤੇੜੇ ਆ ਜਾਓਗੇ. ਮਤਲਬ statistical probability experimental ਹੋਗੀ and theoretical probability ਜਿਹੜੀ a priori probability ਹੋਗੀ. So calculate the priori probability of drawing a queen out of the well shuffled pack of cards. तो अगर अपने को ताश के पत्ते दिते हुए हैं ਉਹਦੇ ਵਿੱਚ 4 ਤਰ੍ਹਾਂ ਦੇ ਪੱਤੇ ਹੋਣੇ, 4 ਤਰ੍ਹਾਂ ਦੇ ਕਲਰ ਹੁੰਦੇ ਆ ਬੇਟਾ. ਸੋ 4 ਤਰ੍ਹਾਂ ਦੇ ਕੁਈਨਸ ਹੋਣਗੇ, 4 ਤਰ੍ਹਾਂ ਦੇ ਕਿੰਗ ਹੋਣਗੇ, 4 ਤਰ੍ਹਾਂ ਦੇ ਆਪਣੇ ਕੋਲ ਏਸ ਹੋਣਗੇ. तो ਸਾਰੇ ਆਪਣੇ ਕੋਲ ਆਣਗੇ. ਸੋ ਨੰਬਰ ਆਫ ਆਪਾਂ ਕੀ ਕਰਨਾ ਬੇਟਾ ਡਰਾਇੰਗ ਏ ਕੁਈਨ ਆਊਟ ਆਫ ਏ ਵੈਲ ਸ਼ਫਲਡ ਪੈਕ ਆਫ ਕਾਰਡਸ. तो ਆਪਣੇ ਕੋਲ ਕਾਰਡਸ ਦਿੱਤੇ ਹੋਏ ਆ ਉਹਦੇ ਵਿੱਚ ਆਪਾਂ ਕੀ ਕਰਨਾ ਹੈ ਇੱਕ ਕੁਈਨ ਕੱਢਣੀ ਹੈ. ਸੋ ਕੁਈਨ ਕੱਢਣ ਦੀ ਪ੍ਰੋਬੇਬਿਲਿਟੀ ਕੀ ਹੈ 4 ਵਿੱਚੋਂ ਆਪਾਂ ਇੱਕ ਕੱਢ ਸਕਦੇ ਹਾਂ. ਮਤਲਬ ਟੋਟਲ ਇਵੈਂਟਸ ਕਿੰਨੀਆਂ ਹੋ ਗਈਆਂ ਬੇਟਾ
अगर कार्ड्स है तो 52 कार्ड होंगे है। ਉਹਦੇ ਵਿੱਚੋਂ ਫੇਵਰੇਬਲ ਇਵੈਂਟਸ ਕਿੰਨੀਆਂ ਹੋ ਗਈਆਂ ਬੇਟਾ 4 ਕੁਈਨਸ ਹੋ ਗਈਆਂ, ਚਾਰਾਂ ਵਿੱਚੋਂ ਵੀ ਇੱਕ ਨਿਕਲੇਗੀ। ਸੋ 4/52 ਆ ਜਾਏਗੀ। ਸੋ ਪ੍ਰੋਬੇਬਿਲਿਟੀ ਕਿੰਨੀ ਹੋਗੀ ਬੇਟਾ 1/13 ਬਿਕੋਜ਼ ਅ ਪ੍ਰਾਇਰੀ ਪ੍ਰੋਬੇਬਿਲਿਟੀ ਚਾਰਾਂ ਵਿੱਚੋਂ ਕੋਈ ਵੀ ਕੁਈਨ ਬਾਹਰ ਆ ਸਕਦੀ ਹੈ। ਇਹਦੇ ਵਿੱਚ ਆਪਾਂ ਕਿਸੇ ਵੀ ਕਲਰ ਦਾ ਫਰਕ ਨਹੀਂ ਪਾਇਆ ਹੋਇਆ। ਠੀਕ ਹੈ ਜੀ। ਸੋ ਰਿਜ਼ਲਟ ਕਿੰਨਾ ਹੋਏਗਾ 1/13। ਸੋ ਪ੍ਰਿੰਸੀਪਲ ਆਫ ਇਕੁਅਲੀ ਪ੍ਰਾਇਰੀ ਪ੍ਰੋਬੇਬਿਲਿਟੀ, assumption of the equal probability for the events that are equally likely to occur is called the principle of equal priori probability। तो ये चीज मैं बार-बार डिस्कस कर चुका है कि अगर कोई इवेंट हो रही है, अगर जिन्हां दे रिजल्ट अगर होने दी प्रोबेबिलिटी आलमोस्ट सेम है ਤਾਂ ਉਹਦੇ ਵਿੱਚ ਆਪਾਂ ਨੂੰ ਇਕੁਅਲੀ ਪ੍ਰਾਇਰੀ ਪ੍ਰੋਬੇਬਿਲਿਟੀ ਦਾ ਕੇਸ ਮੰਨਦੇ ਆ। ਸੋ ਇਹਦੇ ਵਿੱਚ ਇਸ ਤਰ੍ਹਾਂ ਕੋਇਨ ਨੂੰ ਟਾਸ ਕੀਤਾ, ਹੈਡ ਆਉਣ ਦੀ ਐਂਡ ਟੇਲ ਆਉਣ ਦੀ ਪ੍ਰੋਬੇਬਿਲਿਟੀ ਸੇਮ ਹੈ ਐਂਡ ਅਗਰ ਡਾਈਸ ਥਰੋ ਕਰਦੇ ਆ ਤੇ 6 ਫੇਸਿਸ ਹੈ, 6 ਫੇਸਾਂ ਚ ਕੋਈ ਵੀ ਫੇਸਿਸ ਉਹਦਾ ਉੱਪਰ ਆ ਸਕਦਾ ਹੈ, ਉਹਨਾਂ ਦੀ ਇਕੁਅਲੀ ਪ੍ਰਾਇਰੀ ਪ੍ਰੋਬੇਬਿਲਿਟੀ ਹੋਏਗੀ। ਸੋ ਦਿਸ ਇਜ਼ ਟੋਟਲੀ ਅਨਬਾਇਸਡ ਟ੍ਰਾਇਲ, ਦੇ ਵਿੱਚ ਕੋਈ ਵੀ ਬਾਇਸਿੰਗ ਨਹੀਂ ਹੋਏਗੀ, ਆਪਾਂ ਕਿਸੇ ਨੂੰ ਵੀ ਫੇਵਰ ਨਹੀਂ ਕਰਕੇ ਚੱਲਾਂਗੇ। ਸੋ ਐਕਸਪੈਕਟਡ ਨੰਬਰ ਆਫ ਕੇਸਿਸ ਇਨ ਵਿਚ ਐਨ ਇਵੈਂਟ ਮੇ ਅਕਰ। So expected number of cases in which event may occur. So expect कितना हो सकता है, number of trials कितने कीते हैं and multiplied by a priori probability। मतलब जिस जितना ਆਪਾਂ ਕਹਿੰਦੇ हैं probability ਕੀ ਹੁੰਦੀ ਹੈ expected cases मतलब favorable cases divided by total number of cases। so अगर ਇਹਨੂੰ ਆਪਾਂ ਦੂਸਰੀ number of trials ਦੂਸਰੀ ਸਾਈਡ ਲੈ ਕੇ ਚਲੇ ਜਾਈਏ ਤਾਂ expected number of cases ਆਪਣੇ ਕੋਲ ਆ ਜਾਣਗੇ। favorable cases on one side, number of trials into a priori probability ਇਹਦੇ ਵਿੱਚ ਆ ਜਾਏਗਾ। ਕੋਈ ਹਾਰਡ ਐਂਡ ਫਾਸਟ ਵਾਲਾ ਕੰਮ ਨਹੀਂ ਹੈ, ਸਿੰਪਲ ਜਿਹਾ ਹੀ ਕੰਮ ਹੈ। ठीक है बेटा। सो कोई डिटेल वाली की लोड़ नहीं है। उस तो बाद आप सीधा सीधा इधर चलते हैं नीचे। सो 1200 डाइसेस, 1200 dices are thrown simultaneously. How many of them can be expected to fall with phase 6 up? से ਹੁਣ ਆਪਾਂ 1200 ਡਾਈਸ ਨੂੰ ਆਪਾਂ ਥਰੋ ਕੀਤਾ ਹੈ, ਉਹਦੇ ਵਿੱਚ ਕੀ ਹੈ ਕਿੰਨੀਆਂ ਜਿਹੜੀਆਂ ਡਾਈਸ ਹੈ ਉਹਨਾਂ ਦਾ ਫੇਜ਼ 6 ਅਪ ਹੋ ਸਕਦਾ ਹੈ। ਸੋ ਆਪਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਫੇਜ਼ 6 ਆਉਣ ਦੀ ਪ੍ਰੋਬੇਬਿਲਿਟੀ ਕਿੰਨੀ ਹੈ। ਉਸ ਤੋਂ ਬਾਅਦ ਆਪਾਂ ਪਤਾ ਕਰਾਂਗੇ 1200 ਚ ਕਿੰਨੀ ਪ੍ਰੋਬੇਬਿਲਿਟੀ ਹੋ ਜਾਏਗੀ। ਸੋ ਪ੍ਰੋਬੇਬਿਲਿਟੀ ਕਿੰਨੀ ਹੈ ਇੱਕ 6th ਫੇਜ਼ ਆਉਣ ਦੀ 1/6 ਬਿਕੋਜ਼ 6 ਚ ਕੋਈ ਵੀ ਆ ਸਕਦਾ ਹੈ। ਟੋਟਲ ਨੰਬਰ ਆਫ ਕਿਹੜੇ ਥਰੋ ਕਿੰਨੇ ਕੀਤੇ ਬੇਟਾ 1200। ਸੋ ਆਪਣੇ ਕੋਲ ਐਕਸਪੈਕਟਡ ਨੰਬਰ ਆਫ ਕੇਸਿਸ ਕਿੰਨੇ ਹੋਗੇ 1/6 ਮਲਟੀਪਲਾਈਡ ਬਾਈ 1200। तो 200 ਕੇਸਿਸ ਇਦਾਂ ਦੇ ਹੋਣਗੇ ਜਿਨ੍ਹਾਂ ਵਿੱਚ ਕਾਰ ਜਿਹੜੀ ਪ੍ਰੋਬੇਬਿਲਿਟੀ ਹੈ ਉਹ ਇਸ ਤਰ੍ਹਾਂ ਡੀਲ ਕੀਤੀ ਜਾਏਗੀ। ਉਸ ਤੋਂ ਬਾਅਦ ਆਂਦਾ ਬੇਟਾ ਮਿਊਚੁਅਲੀ ਐਕਸਕਲੂਸਿਵ ਇਵੈਂਟਸ ਕਿਹੜੀਆਂ ਹੋਣਗੀਆਂ। ਸੋ ਇਵੈਂਟਸ ਆਰ ਸੈਡ ਟੂ ਬੀ ਮਿਊਚੁਅਲੀ ਐਕਸਕਲੂਸਿਵ ਇਫ ਦੀ occurrence of one rules out the simultaneous occurrence of the other। so mutually exclusive जिस तरह टॉसिंग ऑफ ए कॉइन हो गया, अगर हेड आ गया तो कभी टेल नहीं आएगी, अगर टेल आ गया तो कभी हेड नहीं आएगा। तो इस तरह म्यूचुअली एक्सक्लूसिव हो जाती है। सो इंडिपेंडेंट एंड डिपेंडेंट इवेंट्स, an event A is said to be independent of the another event when the actual happening of B does not influence in any degree the probability of happening of the other। मतलब ਕੀ ਹੈ अगर B ਦੇ ਹੋਣ ਦੇ ਨਾਲ A ਦੀ ਹੋਣ ਦੇ ਚਾਂਸ ਦੇ ਉੱਪਰ ਫਰਕ ਨਹੀਂ ਪੈਂਦਾ ਤਾਂ ਉਹਨੂੰ ਆਪਾਂ ਇੰਡੀਪੈਂਡੈਂਟ ਇਵੈਂਟ ਕਹਿੰਦੇ ਆ। ਜਾਂ ਫਿਰ ਅਗਰ ਡਿਪੈਂਡੈਂਟ ਇਵੈਂਟ ਕਿਹੜੀ ਹੋਗੀ ਅਗਰ B ਦੇ ਹੋਣ ਦੇ ਨਾਲ A ਦਾ ਰਿਲੇਸ਼ਨ ਹੈਗਾ ਤਾਂ ਉਹਨੂੰ ਆਪਾਂ ਕੀ ਕਰਾਂਗੇ ਦੈਟ ਵਿਲ ਬੀ ਡਿਪੈਂਡੈਂਟ ਇਵੈਂਟ। ਇਹ ਕਿੱਥੇ ਆਉਂਦੀਆਂ ਬੇਟਾ ਕਾਰਡਸ। ਸਪੋਜ਼ ਕਰੋ ਆਪਾਂ ਕੀ ਕੀਤਾ ਬੇਟਾ ਆਪਾਂ ਇੱਕ ਇਹ ਆਪਣੇ ਕੋਲ ਵੈਲ ਸ਼ਫਲਡ ਪੈਕ ਆਫ ਕਾਰਡਸ ਹੈ, ਉਹਦੇ ਵਿੱਚ ਕੀ ਹੈ 52 ਪੱਤੇ ਹੁੰਦੇ ਆ, 52 ਕਾਰਡਸ ਹੋਣਗੇ, ਉਹਦੇ ਵਿੱਚੋਂ ਆਪਾਂ ਇੱਕ ਏਸ ਕੱਢ ਲੈਂਦੇ ਆ। ਇੱਕ ਏਸ ਕੱਢਣ ਦੀ ਪ੍ਰੋਬੇਬਿਲਿਟੀ ਕਿੰਨੀ ਹੋਗੀ ਬੇਟਾ ਇਹ ਏਸ ਕਿੰਨੇ ਹੁੰਦੇ 4 ਤੇ 4/52 ਹੋ ਗਏ। ਹੁਣ ਆਪਣੇ ਕੋਲ ਕੀ ਹੋ ਗਿਆ ਆਪਣੇ ਕੋਲ ਨੰਬਰ ਆਫ ਫੇਸਿਸ ਰਹਿ ਗਏ 3। ਅਗਰ ਉਹਦੇ ਵਿੱਚੋਂ ਵੀ ਆਪਾਂ ਦੁਬਾਰਾ ਉਹਦੇ ਵਿੱਚ ਕੀ ਹੈ ਆਪਾਂ ਉਹਦੇ ਵਿੱਚ ਦੁਬਾਰਾ ਏਸ ਕੱਢਣ ਦੀ ਪ੍ਰੋਬੇਬਿਲਿਟੀ ਕੀ ਹੋ ਜਾਏਗੀ 3/51 ਬਿਕੋਜ਼ ਇੱਕ ਕਾਰਡ ਤਾਂ ਆਪਾਂ ਆਲਰੇਡੀ ਕੱਢ ਲਿਆ। 52 ਡਿਵਾਈਡਡ ਬਾਈ 52 ਮਾਈਨਸ 1 ਕਿੰਨਾ ਹੋ ਗਿਆ 51। ਸੋ ਇੱਕ ਕਾਰਡ ਹੋਰ ਘਟ ਗਿਆ, ਏਸ ਵੀ ਘਟ ਗਿਆ। ਸੋ ਨੈਕਸਟ ਪ੍ਰੋਬੇਬਿਲਿਟੀ ਕਿੰਨੀ ਹੋਗੀ ਬੇਟਾ 3/51। ਸੋ ਇੱਕ ਕਾਰਡ ਕੱਢਣ ਦੇ ਨਾਲ ਦੂਸਰੀ ਇਵੈਂਟ ਦੇ ਉੱਪਰ ਫਰਕ ਪੈ ਗਿਆ। ਸੋ ਥੀਸ ਆਰ ਡਿਪੈਂਡੈਂਟ ਇਵੈਂਟਸ। ਠੀਕ ਹੈ ਜੀ। ਸੋ ਅਗਰ ਆਪਾਂ ਉਸੇ ਕਾਰਡ ਨੂੰ ਦੁਬਾਰਾ ਵਿੱਚ ਰੱਖ ਦਿੰਨੇ ਆ ਤਾਂ ਉਹਦੇ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪਏਗਾ, ਦੈਟ ਵਿਲ ਬੀ ਇੰਡੀਪੈਂਡੈਂਟ ਇਵੈਂਟ। ਸੋ ਅਗਰ ਆਪਾਂ ਕਾਰਡ ਵਿਦ ਰਿਪਲੇਸਮੈਂਟ ਕਰਦੇ ਆ ਤਾਂ ਉਹਦੇ ਨਾਲ ਉਹ ਇੰਡੀਪੈਂਡੈਂਟ ਹੋ ਜਾਏਗਾ। ਅਗਰ ਵਿਦਆਊਟ ਰਿਪਲੇਸਮੈਂਟ ਕਰਦੇ ਆ ਤਾਂ ਜਿਹੜੀ ਇਵੈਂਟ ਹੋਏਗੀ ਉਹ ਡਿਪੈਂਡੈਂਟ ਹੋ ਜਾਏਗੀ। ठीक है जी। सो बाकी चीज़ आप बेटा नेक्स्ट टाइम करांगे। फिलहाल जी कड़ी इन्ना ही डाइजेस्ट करो। तो काफ़ी चीज़ें तुहानू पता ऑलरेडी पता सीगियां प्लस 1 तुसीं पढ़ियां होईयां मैथमेटिक्स दे विच। सो बाकी जिहड़ी चीज़ां नहीं पता सीगियां वो अज आपां थोड़ी डिस्कस कीतीआं। हौली हौली आपां इहनूं एलैबोरेट करते जावांगे, हौली हौली चीज़ां टफ भी होणगीआं। सो अज दी डेट दे लई इन्ना ही बहुत है। अगर कोई क्वेश्चन वगैरह हैगे तां बेटा दस दिओ। एनी डाउट्स बेटा?